ਦੇਖਣ ਨੂੰ ਤੇ ਸ਼ਾਇਦ ਆਮ ਬੰਦੇ ਵਾਸਤੇ ਪੱਥਰ ਹੋਏ, ਲੇਕਿਨ ਅਗਰ ਤੁਸੀਂ ਧਿਆਨ ਨਾਲ ਦੇਖੋ ਇਹਦੇ ਤੇ ਪੂਰੇ ਲੀਫ ਤੇ ਇੰਪ੍ਰੈਸ਼ਨਸ ਦਿਖ ਰਹੇ ਨੇ ਜੀ। ਇੱਕ ਮੈਂ ਤੁਹਾਨੂੰ ਹੋਰ ਸਪੈਸੀਮਨ ਦਿਖਾਣਾ। ਇਸ ਸਪੈਸੀਮਨ ਦੇ ਤੁਸੀਂ ਦੇਖੋ ਦੋਨੋਂ ਪਾਸੇ ਲੀਫ ਇੰਪ੍ਰੈਸ਼ਨਸ ਨੇ ਜੀ। ਐਂਡ ਅਗਰ ਇਹਦੀ ਹਰ ਲੇਅਰ ਦੇ ਉੱਤੇ ਧਿਆਨ ਦਿਓ ਤਾਂ ਤੁਹਾਨੂੰ ਲੱਗ ਰਿਹਾ ਕਿ ਵੀ ਹਾਂ ਅੰਦਰ ਕੁਝ ਹੈਗਾ ਲੀਫ। ਫਿਰ ਮੈਂ ਕਹਾਂਗਾ ਵੀ ਦੇਖਣ ਨੂੰ ਤੇ ਪੱਥਰ ਹੀ ਹੈ, ਬਟ ਇੱਕ ਜਿਮਨੋਸਪਰਮ ਦੀ ਟਰੀ ਦੀ ਟਰੰਕ ਦਾ ਜਿਹੜਾ ਤਣਾ ਹੈ ਉਹ ਫੋਸਿਲਾਈਜ਼ ਕਰ ਗਿਆ, ਪੱਥਰ ਬਣ ਗਿਆ। ਇਹ ਜਿਹੜੇ ਤੁਸੀਂ ਇਹ ਸਾਡੇ ਪਹਿਲੇ 5 ਸਪੈਸੀਮਨਸ ਦੇਖ ਰਹੇ ਹੋ, ਇਹ ਫੋਸਿਲ ਦੇ ਸਪੈਸੀਮਨਸ ਨੇ। ਇਹ ਆਲਮੋਸਟ ਉਸ ਟਾਈਮ ਦੇ ਨੇ ਜਦੋਂ ਇਸ ਧਰਤੀ ਤੇ ਡਾਇਨਾਸੌਰ ਰਹਿੰਦੇ ਸੀ ਜੀ। ਐਂਡ ਡਾਇਨਾਸੌਰ 65 ਲੱਖ ਸਾਲ ਪਹਿਲੇ ਇੱਥੇ ਰਹਿੰਦੇ ਸੀ। ਉਸ ਜ਼ਮਾਨੇ ਜਿਹੜੇ ਪਲਾਂਟਸ, ਟ੍ਰੇਡੋਫਾਈਟਸ ਤੇ ਜਿਮਨੋਸਪਰਮਸ ਇਸ ਧਰਤੀ ਤੇ ਸੀ, ਉਹ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਨਹੀਂ ਹੈ। ਬਟ ਉਹਨਾਂ ਦੇ ਜਿਹੜੇ ਇੰਪ੍ਰੈਸ਼ਨਸ ਨੇ, ਜਿਹੜੇ ਕਿ ਪੱਥਰਾਂ ਦੇ ਵਿੱਚ ਰਹਿ ਗਏ ਫੋਸਿਲਾਈਜੇਸ਼ਨ ਕਰਕੇ, ਉਹ ਸਾਡੇ ਕੋਲ ਅਵੇਲੇਬਲ ਨਹੀਂ ਜੀ। ਕੁਝ ਸਾਇੰਟਿਸਟ ਦਾ ਪੂਰੀ ਲਾਈਫ ਜਿਹੜੀ ਹੈ ਇਸ ਕਲੈਕਸ਼ਨ ਦੇ ਉੱਤੇ ਹੀ ਨਿਕਲ ਗਈ। ਉਹਨਾਂ ਨੇ ਰਾਜ ਮਹਿਲ ਹਿਲਸ ਤੇ ਕੁਝ ਏਰੀਆਜ਼ ਹੈਗੇ ਨੇ ਜਿਹੜੇ ਬਿਹਾਰ ਦੇ ਵਿੱਚ ਤੇ ਨਾਲ ਝਾਰਖੰਡ ਦੇ ਵਿੱਚ ਨੇ, ਇਹ ਉੱਥੋਂ ਦੀ ਉਹਨਾਂ ਨੇ ਕਲੈਕਸ਼ਨਸ ਕੀਤੀਆਂ, ਖੋਦ ਕੇ ਪੱਥਰਾਂ ਦੇ ਚੋਂ ਕੱਢ ਕੇ ਲੈ ਕੇ ਆਏ ਨੇ। ਐਂਡ ਉਹ ਸਾਡੇ ਕੋਲ ਅੱਜ ਪਈਆਂ ਜੀ। ਤੁਸੀਂ ਸਾਗਵਾਨ ਦੀ ਲੱਕੜੀ ਦੇਖੋ, ਇਹਦੇ ਤੇ ਰੇਸ਼ੇ ਬਹੁਤ ਵੱਡੇ ਰੇਸ਼ੇ ਨੇ। ਐਂਡ ਅਗਰ ਅਸੀਂ ਇਹਦੇ ਨਾਲ ਮਿਲਦੀ ਜੁਲਦੀ ਹੋਰ ਦੇਖੀਏ ਤੇ ਇਹ ਵੀ ਲੱਕੜੀ ਬਹੁਤ ਜ਼ਿਆਦਾ ਆਪਸ ਵਿੱਚ ਮਿਲਦੀ ਹੈ, ਠੀਕ ਹੈ। ਸੋ ਇਹ ਦੋਨੋਂ ਲੱਕੜੀਆਂ ਨੂੰ ਅਗਰ ਤੁਸੀਂ ਆਪਸ ਵਿੱਚ ਕੰਪੇਅਰ ਕਰਨਾ ਹੋਏ ਤੇ ਹੁਣ ਤੁਸੀਂ ਅਗਰ ਬਹੁਤ ਮਾਈਨਿਊਟਲੀ ਇਹਨੂੰ ਦੇਖੋ ਤੇ ਤੁਹਾਨੂੰ ਦਿਖੇਗਾ ਵੀ ਡਿਫਰੈਂਸ ਹੈਗਾ ਦੋਨਾਂ 'ਚ। ਬਿਲਕੁਲ ਉਹਦੇ ਤੇ ਸਾਰੀਆਂ ਲਕੀਰਾਂ। ਲੇਕਿਨ ਜੇ ਤੁਸੀਂ ਇਸ ਲੱਕੜੀ ਨੂੰ ਬਿਨਾਂ ਦੇਖੇ ਕੋਈ ਤੁਹਾਨੂੰ ਕਹਦੇ ਸਾਗਵਾਨ ਹੈ ਤਾਂ ਤੁਸੀਂ ਮੰਨ ਲਓਗੇ ਵੀ ਹਾਂ ਸਾਗਵਾਨ ਹੈਗੀ ਆ। ਲੇਕਿਨ ਹੁਣ ਇੱਥੇ ਕਿਉਂਕਿ ਦੋਨੋਂ ਅਵੇਲੇਬਲ ਹੈ ਸਾਡੇ ਕੋਲ, ਤੁਸੀਂ ਆਪਸ 'ਚ ਕੰਪੇਅਰ ਕਰ ਸਕਦੇ ਹੋ। ਹੁਣ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਸਾਡੇ ਘਰ ਦੀਮਕ ਦੀ ਬੜੀ ਜ਼ਿਆਦਾ ਪ੍ਰੋਬਲਮ ਹੈ। ਹੁਣ ਸਾਨੂੰ ਅਗਰ ਤੁਸੀਂ ਪੁੱਛੋਗੇ ਵੀ ਕਿਹੜੀ ਲੱਕੜੀ ਨੂੰ ਦੀਮਕ ਲੱਗੇਗੀ ਕਿ ਕਿਹੜੀ ਨੂੰ ਨਹੀਂ ਲੱਗੇਗੀ, ਤੇ ਮੈਂ ਤੁਹਾਨੂੰ ਇੱਥੇ ਕੁਝ ਲੱਕੜੀਆਂ ਦਿਖਾਣਾ। ਜਿਵੇਂ ਇਹ ਲੱਕੜੀ ਹੈ, ਇਸ ਨੂੰ ਦੀਮਕ ਨਹੀਂ ਲੱਗੇਗੀ। ਇਹ ਲੱਕੜੀ ਇਹਨੂੰ ਦੀਮਕ ਨਹੀਂ ਲੱਗੇਗੀ। ਇਹ ਦੇਵਦਾਰ ਦੀ ਲੱਕੜੀ ਇਹਨੂੰ ਦੀਮਕ ਨਹੀਂ ਲੱਗੇਗੀ। ਲੇਕਿਨ ਬਾਕੀ ਜਿਹੜੀਆਂ ਲੱਕੜੀਆਂ, ਹੁਣ ਇਹਨਾਂ ਲੱਕੜੀਆਂ ਨੂੰ ਤੇ ਨਾਲ ਦੀ ਲੱਕੜੀ ਨੂੰ ਦੇਖੋ ਤੁਸੀਂ, ਇਹ ਤੁੰਮ ਦੀ ਲੱਕੜੀ ਹੈ। ਹੁਣ ਇਹਦੇ 'ਚ ਤੁਹਾਨੂੰ ਸ਼ਾਇਦ ਕੁਝ ਡਾਟਸ ਦਿਖਦੇ ਪਏ ਨੇ। ਇਹ ਡਾਟਸ ਜਿਹੜੇ ਨੇ ਪੋਰਸ ਵੁੱਡ ਹੈ ਤੇ ਨਾਨ ਪੋਰਸ ਵੁੱਡ ਹੈ। ਪੋਰਸ ਵੁੱਡ ਨੂੰ ਹਮੇਸ਼ਾ ਦੀਮਕ ਲੱਗੇਗੀ, ਨਾਨ ਪੋਰਸ ਨੂੰ ਨਹੀਂ ਲੱਗੇਗੀ। ਇਹ ਕੀੜੀਆਂ ਹੈ ਜੀ। ਸਾਡੇ ਹਿੰਦੁਸਤਾਨ 'ਚ 850 ਤੋਂ ਵੱਧ ਤਰ੍ਹਾਂ ਦੀਆਂ ਕੀੜੀਆਂ ਅਵੇਲੇਬਲ ਹੈ। ਕੀੜੀਆਂ ਤੇ ਕਾਡੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਘਰ 'ਚ ਅਸੀਂ ਆਉਂਦੀਆਂ ਤੇ ਮਾਰ ਦਿੰਦੇ ਹਾਂ। ਇਹ 850 ਤਰ੍ਹਾਂ ਦੀਆਂ ਸਾਡੇ ਕੋਲ ਪਈਆਂ ਜੀ। ਐਂਡ ਤੁਸੀਂ ਦੇਖ ਸਕਦੇ ਹੋ ਅਸੀਂ ਬਹੁਤ ਸਾਰੀ ਕਲੈਕਸ਼ਨ ਅੱਜ ਲੈ ਕੇ ਆਂਦੀ ਹੈ ਜੀ। ਐਂਡ ਕੀੜੀਆਂ ਸਾਡੇ ਇਸ ਧਰਤੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ, ਕਿਉਂਕਿ ਇਹ ਬਹੁਤ ਛੋਟੀਆਂ, ਇਹਨਾਂ 'ਚ ਪਿੰਨ ਨਹੀਂ ਲੱਗ ਸਕਦੀ। ਸੋ ਸ਼ਾਇਦ ਤੁਸੀਂ ਦੇਖ ਰਹੇ ਹੋਵੋਗੇ ਇੱਕ ਤਿਕੋਣ ਜੀ ਬਣਾ ਕੇ ਉਹਦੀ ਬਿਲਕੁਲ ਚੁੰਝ ਦੇ ਉੱਤੇ ਇਹਨੂੰ ਮਾਊਂਟ ਕਰਕੇ ਤੇ ਉਸ ਪੇਪਰ ਦੀ ਤਿਕੋਣ ਦੇ ਨਾਲ ਪਿੰਨ ਲਗਾ ਕੇ ਇਹਨਾਂ ਨੂੰ ਮਾਊਂਟ ਕੀਤਾ ਜਾਂਦਾ। ਸਾਡੇ ਕੋਲ 300 ਤੋਂ ਉੱਪਰ ਤਰ੍ਹਾਂ ਦੀਆਂ ਬਟਰਫਲਾਈਜ਼ ਅਵੇਲੇਬਲ ਹੈ ਜੀ। ਅਸੀਂ ਉਹਨਾਂ ਦੀ ਕਲੈਕਸ਼ਨ ਕਰ ਚੁੱਕੇ ਹਾਂ ਤੇ ਇਹ ਸ਼ਾਇਦ ਤੁਸੀਂ ਦੇਖ ਰਹੇ ਹੋਵੋਗੇ, ਇਹ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਬਟਰਫਲਾਈਜ਼ ਹੈ ਉਹਨਾਂ 'ਚੋਂ ਇੱਕ ਹੈ ਜੀ। ਧਿਆਨ ਨਾਲ ਤੁਸੀਂ ਇਸ ਬਟਰਫਲਾਈ ਨੂੰ ਦੇਖੋ ਕਿ ਇਹਦੇ 'ਚ ਇਹਦੇ ਜਿਹੜੇ ਖੰਭ ਨੇ ਉਹਨਾਂ ਦੇ ਉੱਤੇ ਕੁਝ ਮਾਰਕਿੰਗਸ ਹੋਈਆਂ। ਇਹ ਫੀਮੇਲ ਹੈ ਜੀ, ਇਹ ਮੇਲ ਹੈ ਜੀ। ਜਿਹਦੇ ਉੱਤੇ ਮਾਰਕਿੰਗ ਨਹੀਂ ਹੈ ਲਾਲ ਰੰਗ ਦੀ, ਉਹ ਮੇਲ ਹੈ ਜੀ। ਸੋ ਫੀਮੇਲ ਤੇ ਮੇਲ ਦੇ ਜੇ ਤੁਸੀਂ ਅੰਤਰ ਦੇਖੋ ਤੇ ਤੁਹਾਨੂੰ ਸ਼ਾਇਦ ਫੀਮੇਲ ਜ਼ਿਆਦਾ ਸੁੰਦਰ ਦਿਖੇਗੀ ਜੀ। ਹੋਰ ਇਸ ਤੋਂ ਇਲਾਵਾ ਕਿੰਨੇ ਕੁ ਤੁਹਾਡੇ ਕੋਲ ਕਲੈਕਸ਼ਨ ਪਈ ਹੈ ਇਹ ਚੀਜ਼ ਦੀ? ਇਹ ਤੇ ਸਿਰਫ ਅਸੀਂ ਅੱਜ ਇੱਥੇ 5 ਡਿਸਪਲੇ ਕਰ ਰਹੇ ਹਾਂ। ਸਾਡੇ ਕੋਲ 200 ਤੋਂ ਉੱਪਰ ਫੋਸਿਲ ਕਲੈਕਸ਼ਨਸ ਨੇ। ਰਹਿਮਤ ਟੀਵੀ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਦੋਸਤੋ, ਅੱਜ ਤੁਹਾਡੇ ਨਾਲ ਸਿਰ ਘੁਮਾਉਣ ਵਾਲੀ ਵੀਡੀਓ ਸਾਂਝੀ ਕਰਨ ਲੱਗਿਆ ਵਾਂ। ਤੁਸੀਂ ਜਿਹੜੀਆਂ ਚੀਜ਼ਾਂ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਵਾਂ, ਮੇਰੇ ਖਿਆਲ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਕਿਸੇ ਦੇ ਧਿਆਨੇ ਵੀ ਨਹੀਂ ਹੋਣਗੀਆਂ ਚੀਜ਼ਾਂ। ਮੇਰੇ ਨਾਲ ਸਰ ਮੌਜੂਦ ਹੋਣਗੇ ਜਿਨ੍ਹਾਂ ਵੱਲੋਂ ਇਹ ਚੀਜ਼ਾਂ ਕਲੈਕਟ ਕੀਤੀਆਂ ਗਈਆਂ ਔਰ ਅੱਜ ਵੱਖ-ਵੱਖ ਜਿਹੜੇ ਸਟਾਲ ਲਗਾਏ ਗਏ ਨੇ ਔਰ ਲੋਕਾਂ ਨੂੰ ਦਿਖਾਉਣ ਦੇ ਲਈ ਇੱਥੇ ਚੀਜ਼ਾਂ ਰੱਖੀਆਂ ਹੋਈਆਂ ਨੇ। ਹਾਲਾਂਕਿ ਜਿੰਨੀਆਂ ਚੀਜ਼ਾਂ ਤੁਸੀਂ ਇੱਥੇ ਦੇਖੋਗੇ ਟੇਬਲ ਦੇ ਉੱਤੇ ਪਈਆਂ ਹੋਈਆਂ, ਇਹ ਸਿਰਫ ਗਿਣਤੀ ਮੈਂ ਕਹਿੰਦਾ ਛੋਟੀ ਆ, ਪਰ ਇਸ ਤੋਂ ਵੀ ਵੱਧ ਇਹਨਾਂ ਕੋਲੇ ਪਈਆਂ ਹੋਈਆਂ ਨੇ। ਸਾਰੀ ਜਾਣਕਾਰੀ ਲਵਾਂਗੇ ਵੀ ਕਿੱਥੋਂ ਇਹ ਚੀਜ਼ਾਂ ਤਿਆਰ ਕੀਤੀਆਂ ਔਰ ਕਿਵੇਂ ਇਹ ਸੋਚ ਬਣੀ ਕਿ ਇਹ ਚੀਜ਼ਾਂ ਦੀ ਵੀ ਆਪਾਂ ਕਲੈਕਸ਼ਨ ਕਰ ਸਕਦੇ ਹਾਂ। ਪਹਿਲਾਂ ਸਰ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਕਿਵੇਂ ਹੋ ਸਰ? ਠੀਕ ਠਾਕ? ਮੈਂ ਬਿਲਕੁਲ ਠੀਕ ਹਾਂ ਜੀ। ਸਰ ਕੀ ਨਾਮ ਹੈ ਤੁਹਾਡਾ? ਡਾਕਟਰ ਮਨੀਸ਼ ਕਪੂਰ ਮੇਰਾ ਨਾਮ ਹੈ। ਸਰ ਇਹ ਜਿਹੜੀ ਚੀਜ਼ ਪਈ ਆ, ਮੈਂ ਚਾਹੂੰਗਾ ਇਹਦੇ ਬਾਰੇ ਪਹਿਲਾਂ ਦੱਸਿਆ ਜਾਵੇ ਕਿ ਹੈ ਚੀਜ਼ ਹੈ ਇਹ। ਜਿਹੜੇ ਤੁਸੀਂ ਇਹ ਸਾਡੇ ਪਹਿਲੇ 5 ਸਪੈਸੀਮਨਸ ਦੇਖ ਰਹੇ ਹੋ, ਇਹ ਫੋਸਿਲ ਦੇ ਸਪੈਸੀਮਨਸ ਨੇ। ਇਹ ਆਲਮੋਸਟ ਉਸ ਟਾਈਮ ਦੇ ਨੇ ਜਦੋਂ ਇਸ ਧਰਤੀ ਤੇ ਡਾਇਨਾਸੌਰ ਰਹਿੰਦੇ ਸੀ ਜੀ। ਐਂਡ ਡਾਇਨਾਸੌਰ 65 ਲੱਖ ਸਾਲ ਪਹਿਲੇ ਇੱਥੇ ਰਹਿੰਦੇ ਸੀ। ਉਸ ਜ਼ਮਾਨੇ ਜਿਹੜੇ ਪਲਾਂਟਸ, ਟ੍ਰੇਡੋਫਾਈਟਸ ਤੇ ਜਿਮਨੋਸਪਰਮਸ ਇਸ ਧਰਤੀ ਤੇ ਸੀ, ਉਹ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਨਹੀਂ ਹੈ। ਬਟ ਉਹਨਾਂ ਦੇ ਜਿਹੜੇ ਇੰਪ੍ਰੈਸ਼ਨਸ ਨੇ, ਜਿਹੜੇ ਕਿ ਪੱਥਰਾਂ ਦੇ ਵਿੱਚ ਰਹਿ ਗਏ ਫੋਸਿਲਾਈਜੇਸ਼ਨ ਕਰਕੇ,
ਉਹ ਸਾਡੇ ਕੋਲ ਅਵੇਲੇਬਲ ਨਹੀਂ ਜੀ। ਐਂਡ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਵੇਂ ਦੇਖਣ ਨੂੰ ਤੇ ਸ਼ਾਇਦ ਆਮ ਬੰਦੇ ਵਾਸਤੇ ਪੱਥਰ ਹੋਏ, ਲੇਕਿਨ ਅਗਰ ਤੁਸੀਂ ਧਿਆਨ ਨਾਲ ਦੇਖੋ ਇਹਦੇ ਤੇ ਪੂਰੇ ਲੀਫ ਤੇ ਇੰਪ੍ਰੈਸ਼ਨਸ ਦਿਖ ਰਹੇ ਨੇ ਜੀ। ਇੱਕ ਮੈਂ ਤੁਹਾਨੂੰ ਹੋਰ ਸਪੈਸੀਮਨ ਦਿਖਾਣਾ। ਇਸ ਸਪੈਸੀਮਨ ਦੇ ਤੁਸੀਂ ਦੇਖੋ ਦੋਨੋਂ ਪਾਸੇ ਲੀਫ ਇੰਪ੍ਰੈਸ਼ਨਸ ਨੇ ਜੀ। ਐਂਡ ਅਗਰ ਇਹਦੀ ਹਰ ਲੇਅਰ ਦੇ ਉੱਤੇ ਧਿਆਨ ਦਿਓ ਤੇ ਤੁਹਾਨੂੰ ਲੱਗ ਰਿਹਾ ਕਿ ਵੀ ਹਾਂ ਅੰਦਰ ਕੁਝ ਹੈਗਾ ਲੀਫ। ਇੱਕ ਫਿਰ ਮੈਂ ਕਹਾਂਗਾ ਵੀ ਦੇਖਣ ਨੂੰ ਤੇ ਪੱਥਰ ਹੀ ਹੈ, ਬਟ ਇੱਕ ਜਿਮਨੋਸਪਰਮ ਦੀ ਟਰੀ ਦੀ ਟਰੰਕ ਦਾ ਜਿਹੜਾ ਤਣਾ ਹੈ ਉਹ ਫੋਸਿਲਾਈਜ਼ ਕਰ ਗਿਆ, ਪੱਥਰ ਬਣ ਗਿਆ। ਇਹ ਸਰ ਜਿਵੇਂ ਕਿ ਹੁਣ ਇਹ ਲੱਗੇ ਹੋਏ ਨੇ ਹੈ ਨਾ, ਤੁਸੀਂ ਦਿਖਾ ਰਹੇ ਹੋ ਲੋਕਾਂ ਨੂੰ, ਜੇ ਲੋਕ ਵਿਸ਼ਵਾਸ ਕਰਨ ਤਾਂ ਕਿਵੇਂ ਕਰਨ? ਕਿਉਂਕਿ ਅੱਜ ਕੱਲ ਐ ਹੁੰਦਾ ਵਾ ਬਈ ਕੋਈ ਵੀ ਚੀਜ਼ ਦਿਖਾ ਦਿੱਤੀ ਜਾਂਦੀ ਹੈ, ਬਾਅਦ ਚ ਹੋਰ ਚੀਜ਼ ਨਿਕਲਦੀ ਆ। ਇਹ ਬੇਸਿਕਲੀ ਇਹਨਾਂ ਦੀ ਕਾਰਬਨ ਡੇਟਿੰਗ ਹੋ ਚੁੱਕੀ ਹੈ। ਐਂਡ ਕਾਰਬਨ ਡੇਟਿੰਗ ਤੋਂ ਇਹ ਪਤਾ ਲੱਗ ਚੁੱਕਾ ਹੈ ਵੀ ਇਹ ਕਿੰਨੇ ਸਾਲ ਪੁਰਾਣੇ ਨੇ। ਐਂਡ ਇਹ ਤੁਸੀਂ ਸ਼ਾਇਦ ਦੇਖ ਰਹੇ ਹੋਵੋਗੇ ਇਹਨਾਂ ਦੇ ਈਵਨ ਜਿਹੜੇ ਕਿਸ ਬੂਟੇ ਦੇ ਇੰਪ੍ਰੈਸ਼ਨਸ ਨੇ, ਉਹ ਬੂਟੇ ਦਾ ਨਾਮ ਵੀ ਅਸੀਂ ਇੱਥੋਂ ਦੀ ਲੱਭ ਚੁੱਕੇ ਹਾਂ ਇਹਨਾਂ ਇੰਪ੍ਰੈਸ਼ਨਸ ਤੋਂ। ਮਤਲਬ ਉਲਟਾ ਚੱਲੇ ਆ, ਸਾਡੇ ਕੋਲ ਪੱਤਾ ਤੇ ਨਹੀਂ ਹੈ, ਲੇਕਿਨ ਅਸੀਂ ਉਸੇ ਦੇ ਇੰਪ੍ਰੈਸ਼ਨ ਤੋਂ ਇਹ ਲੱਭ ਲਿਆ ਵੀ ਕਿਸ ਪੌਦੇ ਦਾ ਇਹ ਇੰਪ੍ਰੈਸ਼ਨ ਹੈ। ਹੋਰ ਇਸ ਤੋਂ ਇਲਾਵਾ ਕਿੰਨੇ ਕੁ ਤੁਹਾਡੇ ਕੋਲ ਕਲੈਕਸ਼ਨ ਪਈ ਹੈ ਇਹ ਚੀਜ਼ ਦੀ? ਇਹ ਤੇ ਸਿਰਫ ਅਸੀਂ ਅੱਜ ਇੱਥੇ 5 ਡਿਸਪਲੇ ਕਰ ਰਹੇ ਹਾਂ। ਸਾਡੇ ਕੋਲ 200 ਤੋਂ ਉੱਪਰ ਫੋਸਿਲ ਕਲੈਕਸ਼ਨਸ ਨੇ। ਅੱਛਾ, ਫਿਰ ਕਿੰਨੀ ਮਿਹਨਤ ਲੱਗੀ ਹੈ ਕਲੈਕਸ਼ਨ ਵਾਸਤੇ? ਇਹ ਤੇ ਜੀ ਕੁਝ ਸਾਇੰਟਿਸਟ ਦਾ ਪੂਰੀ ਲਾਈਫ ਜਿਹੜੀ ਹੈ ਇਸ ਕਲੈਕਸ਼ਨ ਦੇ ਉੱਤੇ ਹੀ ਨਿਕਲ ਗਈ। ਉਹਨਾਂ ਨੇ ਰਾਜ ਮਹਿਲ ਹਿਲਸ ਤੇ ਕੁਝ ਏਰੀਆਜ਼ ਹੈਗੇ ਨੇ ਜਿਹੜੇ ਬਿਹਾਰ ਦੇ ਵਿੱਚ ਤੇ ਨਾਲ ਝਾਰਖੰਡ ਦੇ ਵਿੱਚ ਨੇ, ਇਹ ਉੱਥੋਂ ਦੀ ਉਹਨਾਂ ਨੇ ਕਲੈਕਸ਼ਨਸ ਕੀਤੀਆਂ, ਖੋਦ ਕੇ ਪੱਥਰਾਂ ਦੇ ਚੋਂ ਕੱਢ ਕੇ ਲੈ ਕੇ ਆਏ ਨੇ। ਐਂਡ ਉਹ ਸਾਡੇ ਕੋਲ ਅੱਜ ਪਈਆਂ ਜੀ। ਸਰ ਜੇ ਦੇਖਣਾ ਹੋਵੇ ਹੋਰ ਕਲੈਕਸ਼ਨਾਂ ਨੂੰ ਕਿੱਥੇ ਮਿਲਣ ਆ ਕੇ ਲੋਕ? ਡਿਪਾਰਟਮੈਂਟ ਆਫ ਬੋਟਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਮਿਊਜ਼ੀਅਮ ਹੈ ਤੇ ਹਰਬੇਰੀਅਮ ਹੈ, ਉੱਥੇ ਤੁਸੀਂ ਆ ਕੇ ਸਾਡੇ ਦੇਖ ਸਕਦੇ ਹੋ। ਹਾਂਜੀ, ਤੁਸੀਂ ਦੇਖ ਸਕਦੇ ਹੋ। ਐਂਡ ਫ੍ਰੀ ਆਫ ਕਾਸਟ ਅਸੀਂ ਉਹਦੀ ਵਿਜ਼ਿਟ ਕਰਵਾਉਂਦੇ ਹਾਂ ਐਂਡ ਗਾਈਡਡ ਟੂਰ ਹੁੰਦਾ। ਅੱਛਾ, ਜਿਵੇਂ ਤੁਸੀਂ ਕਿਹਾ ਕਿ ਕਈ ਸਾਇੰਟਿਸਟ ਦੀ ਤਾਂ ਉਮਰ ਹੀ ਲੰਘ ਗਈ ਹੈ ਇਹਦੇ ਉੱਤੇ ਸਰਚ ਕਰਕੇ ਇਹਨੂੰ ਲੱਭਣ ਦੇ ਵਿੱਚ ਔਰ ਮਿਊਜ਼ੀਅਮ ਦੇ ਵਿੱਚ ਸਜਾਉਣ ਦੇ ਵਿੱਚ, ਤੇ ਕਿੰਨੇ ਕੁ ਸਾਲਾਂ ਤੋਂ ਫਿਰ ਚੱਲਦੀ ਆ ਰਹੀ ਹੈ ਰਿਸਰਚ ਇਹਦੇ ਤੇ? ਇਹ ਕਹਿ ਸਕਦੇ ਹੋ ਵੀ 100 ਸਾਲ ਤੋਂ ਉੱਪਰ ਹੋ ਗਈ ਜੀ ਇਸ ਰਿਸਰਚ। ਜਾਂ ਮੈਂ ਅਗਲਾ ਸਪੈਸੀਮਨ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜਾ ਕਿ ਭੋਜ ਪੱਤਰ ਦਾ। ਭੋਜ ਪੱਤਰ ਦਾ ਨਾਮ ਸ਼ਾਇਦ ਸੁਣਿਆ ਹੋਵੇਗਾ। ਇਹ ਇੱਕ ਦਰਖਤ ਹੈ ਬੈਟੂਲਾ ਯੂਟਿਲਿਸ, ਜਿਹਦੀ ਛਾਲ ਜਿਹੜੀ ਹੈ ਉਹ ਜਦੋਂ ਕਾਗਜ਼ ਨਹੀਂ ਸੀ, ਆਲਮੋਸਟ 2000 ਸਾਲ ਤੋਂ ਪਹਿਲੇ ਕਾਗਜ਼ ਅਵੇਲੇਬਲ ਨਹੀਂ ਸੀ ਸਾਡੇ ਕੋਲ, ਲੇਕਿਨ ਉਸ ਕਾਗਜ਼ ਦੀ ਜਗ੍ਹਾ ਤੇ ਜਿਸ ਚੀਜ਼ ਤੇ ਲਿਖਿਆ ਜਾਂਦਾ ਸੀ ਉਹ ਭੋਜ ਪੱਤਰ ਸੀ। ਐਂਡ ਇਹ ਤੁਹਾਡੇ ਕੋਲ ਇਹ ਸਾਹਮਣੇ ਜਿਹੜਾ ਸਪੈਸੀਮਨ ਹੈ ਭੋਜ ਪੱਤਰ ਦਾ, ਐਂਡ ਅਸੀਂ ਇੱਥੇ ਲਿਖਿਆ ਵੀ ਹੋਇਆ ਜੋ ਕੁਝ ਉਹ ਭੋਜ ਪੱਤਰ ਤੇ ਲਿਖਿਆ ਹੋਇਆ। ਬਿਲਕੁਲ। ਅੱਛਾ ਸਰ, ਇੱਕ ਮੈਂ ਹੋਰ ਚੀਜ਼ ਦੇਖ ਰਿਹਾ ਬਈ ਆ ਜਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਇਹ ਲੱਕੜ ਦੀ ਪ੍ਰਦਰਸ਼ਨਕਾਰੀ ਕੀਤੀ ਹੋਈ ਆ, ਇਹਦਾ ਕੀ ਹੈਗਾ ਸਿਸਟਮ? ਇਹਦੇ ਬਾਰੇ ਥੋੜਾ ਦੱਸੋ। ਇਹ ਅਸੀਂ ਤਕਰੀਬਨ 42 ਤਰ੍ਹਾਂ ਦੀਆਂ ਲੱਕੜੀਆਂ ਅੱਜ ਡਿਸਪਲੇ ਕੀਤੀਆਂ ਹੋਈਆਂ। ਸਾਡੇ ਕੋਲ ਤਕਰੀਬਨ 150 ਤਰ੍ਹਾਂ ਦੀਆਂ ਲੱਕੜੀਆਂ ਅਵੇਲੇਬਲ ਹੈ ਸਾਡੇ ਕੋਲ ਆਪਣੇ ਮਿਊਜ਼ੀਅਮ 'ਚ, ਜਿਹੜੀਆਂ ਕਿ ਹਿੰਦੁਸਤਾਨ ਦੇ ਵਿੱਚ ਜਿੰਨੀ ਤਰ੍ਹਾਂ ਦੀਆਂ ਲੱਕੜੀਆਂ ਜਿਹੜੀਆਂ ਕਿ ਫਰਨੀਚਰ ਵਾਸਤੇ ਜਾਂ ਹੋਰ ਕਮਰਸ਼ੀਅਲ ਪਰਪਸ ਵਾਸਤੇ ਯੂਜ਼ ਕੀਤੀਆਂ ਜਾਂਦੀਆਂ, ਉਹ ਸਾਰੀਆਂ ਇਹਦੇ 'ਚ ਅਵੇਲੇਬਲ ਹੈ ਤੁਹਾਡੇ ਕੋਲ। ਹੁਣ ਹੁੰਦਾ ਕੀ ਹੈ, ਜਿਸ ਲਈ ਤੁਸੀਂ ਮਾਰਕੀਟ 'ਚ ਖਰੀਦਣ ਤੇ ਜਾਂਦੇ ਹੋ ਸਾਗਵਾਨ, ਲੇਕਿਨ ਸਾਗਵਾਨ ਦੀ ਥਾਂ ਤੇ ਤੁਹਾਨੂੰ ਕੁਝ ਹੋਰ ਹੀ ਉਹ ਦੇ ਦਿੰਦਾ ਹੈ ਸਾਗਵਾਨ ਕਹਿ ਕੇ। ਹੁਣ ਉਹਨੂੰ ਕਿਵੇਂ ਪਛਾਣਨਾ, ਕਿਵੇਂ ਉਹਦੀ ਆਇਡੈਂਟੀਫਿਕੇਸ਼ਨ ਕਰਨੀ ਹੈ ਤੇ ਕੀ ਉਹ ਵਾਕਈ ਸਾਗਵਾਨ ਹੈ ਕਿ ਨਹੀਂ ਹੈ, ਉਹਨੂੰ ਦੇਖਣਾ। ਤੇ ਅਸੀਂ ਇਹ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਹੋਇਆ ਜੀ। ਅੱਛਾ ਚਲੋ, ਸਾਗਵਾਨ ਦੀ ਤੁਸੀਂ ਗੱਲ ਕੀਤੀ ਹੈ, ਮੈਂ ਚਾਹੂੰਗਾ ਥੋੜਾ ਜਿਹਾ ਦੱਸ ਹੀ ਦਿੱਤਾ ਜਾਵੇ ਕਿ ਸਾਗਵਾਨ ਨੂੰ ਪਛਾਣੀਏ ਕਿੱਦਾਂ। ਆਪਾਂ ਜੇ ਦੱਸਣ ਅੱਗੇ ਸਾਰੀਆਂ ਤੇ ਬਹੁਤ ਲੰਬੀ ਚੱਲ ਜਾਣੀ ਵੀਡੀਓ, ਤੇ ਮੈਂ ਚਾਹੂੰਗਾ ਕਿ ਸਾਗਵਾਨ ਦਾ ਇੱਕ ਵਾਰੀ ਦੱਸ ਦਿੱਤਾ ਜਾਵੇ। ਇਹ ਸਾਗਵਾਨ ਦੀ ਲੱਕੜੀ ਹੈ ਜੀ। ਠੀਕ ਹੈ। ਤੁਸੀਂ ਸਾਗਵਾਨ ਦੀ ਲੱਕੜੀ ਦੇਖੋ, ਇਹਦੇ ਤੇ ਰੇਸ਼ੇ ਬਹੁਤ ਵੱਡੇ ਰੇਸ਼ੇ ਨੇ। ਐਂਡ ਅਗਰ ਅਸੀਂ ਇਹਦੇ ਨਾਲ ਮਿਲਦੀ ਜੁਲਦੀ ਹੋਰ ਦੇਖੀਏ ਤੇ ਇਹ ਵੀ ਲੱਕੜੀ ਬਹੁਤ ਜ਼ਿਆਦਾ ਆਪਸ ਵਿੱਚ ਮਿਲਦੀ ਹੈ। ਠੀਕ ਹੈ। ਸੋ ਇਹ ਦੋਨੋਂ ਲੱਕੜੀਆਂ ਨੂੰ ਅਗਰ ਤੁਸੀਂ ਆਪਸ ਵਿੱਚ ਕੰਪੇਅਰ ਕਰਨਾ ਹੋਏ ਤੇ ਹੁਣ ਤੁਸੀਂ ਅਗਰ ਬਹੁਤ ਮਾਈਨਿਊਟਲੀ ਇਹਨੂੰ ਦੇਖੋ ਤੇ ਤੁਹਾਨੂੰ ਦਿਖੇਗਾ ਵੀ ਡਿਫਰੈਂਸ ਹੈਗਾ ਦੋਨਾਂ 'ਚ। ਡਿਫਰੈਂਸ ਹੈਗਾ ਬਿਲਕੁਲ, ਉਹਦੇ ਤੇ ਸਾਰੀਆਂ ਲਕੀਰਾਂ। ਲੇਕਿਨ ਜੇ ਤੁਸੀਂ ਇਸ ਲੱਕੜੀ ਨੂੰ ਬਿਨਾਂ ਦੇਖੇ ਕੋਈ ਤੁਹਾਨੂੰ ਕਹਦੇ ਸਾਗਵਾਨ ਹੈ ਤਾਂ ਤੁਸੀਂ ਮੰਨ ਲਓਗੇ ਵੀ ਹਾਂ ਸਾਗਵਾਨ ਹੈਗੀ ਆ। ਲੇਕਿਨ ਹੁਣ ਇੱਥੇ ਕਿਉਂਕਿ ਦੋਨੋਂ ਅਵੇਲੇਬਲ ਹੈ ਸਾਡੇ ਕੋਲ, ਤੁਸੀਂ ਆਪਸ 'ਚ ਕੰਪੇਅਰ ਕਰ ਸਕਦੇ ਹੋ। ਸੋ ਬਿਲਕੁਲ ਦੋਸਤੋ, ਤੁਸੀਂ ਵੀ ਦੇਖ ਸਕਦੇ ਹੋ ਜਿਵੇਂ ਕਿ ਸਰ ਨੇ ਵੀ ਕਿਹਾ ਹੈ, ਜਿਹੜੀ ਸਾਗਵਾਨ ਦੀ ਲੱਕੜੀ ਹੈ ਉਹਦੇ ਤੇ ਜਿਵੇਂ ਲਕੀਰਾਂ ਬਣੀਆਂ ਹੋਈਆਂ ਨੇ ਤੇ ਤਸਵੀਰ ਕਲੀਅਰ ਆ, ਤੁਸੀਂ ਪਛਾਣ ਜਾਓਗੇ। ਜਿਹੜੀ ਦੂਜੀ ਤਸਵੀਰ ਦਿਖਾ ਰਹੇ ਇਹਦੇ ਨਾਲ ਹੀ ਬਿਲਕੁਲ ਦੇਖੋ, ਇਹਦੀ ਜੇ ਮੈਂ ਨਾਲ ਦੀ ਸਾਗਵਾਨ ਦੀ ਬਿਲਕੁਲ ਨਾਲ ਦੀ ਤਸਵੀਰ ਦਿਖਾ ਦਵਾਂ ਤੇ ਇਹਦੇ ਤੇ ਵੀ ਲਕੀਰਾਂ ਨੇ ਹੁਣ, ਤੇ ਤੁਸੀਂ ਇਹ ਲੱਕੜ ਦੀ ਪਛਾਣ ਆ ਜਿਵੇਂ ਕਿ। ਅੱਛਾ ਸਰ, ਇਹ ਰਿਸਰਚ ਫਿਰ ਕਿੰਨੇ ਸਾਲਾਂ ਤੋਂ ਚੱਲ ਰਹੀ ਆ? ਇਸ ਰਿਸਰਚ ਨੂੰ ਵੀ ਤਕਰੀਬਨ 50 ਸਾਲ ਹੋ ਗਏ ਜੀ। ਅਸੀਂ ਸਾਡੇ ਕੁਝ ਸਾਇੰਟਿਸਟ ਇਹ ਕੰਮ ਵੀ ਨਾਲ ਕਰ ਰਹੇ ਨੇ ਕਿ ਵੀ ਲੱਕੜੀਆਂ ਨੂੰ ਕਿਵੇਂ ਆਇਡੈਂਟੀਫਾਈ ਕਰਨਾ ਹੈ ਤੇ ਕਿਵੇਂ ਉਸ ਨੂੰ ਸੰਭਾਲਣਾ ਹੈ। ਹੁਣ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਸਾਡੇ ਘਰ ਦੀਮਕ ਦੀ ਬੜੀ ਜ਼ਿਆਦਾ ਪ੍ਰੋਬਲਮ ਹੈ। ਹੁਣ
ਸਾਨੂੰ ਅਗਰ ਤੁਸੀਂ ਪੁੱਛੋਗੇ ਵੀ ਕਿਹੜੀ ਲੱਕੜੀ ਨੂੰ ਦੀਮਕ ਲੱਗੇਗੀ ਕਿ ਕਿਹੜੀ ਨੂੰ ਨਹੀਂ ਲੱਗੇਗੀ, ਤੇ ਮੈਂ ਤੁਹਾਨੂੰ ਇੱਥੇ ਕੁਝ ਲੱਕੜੀਆਂ ਦਿਖਾਣਾ। ਜਿਵੇਂ ਇਹ ਲੱਕੜੀ ਹੈ, ਇਸ ਨੂੰ ਦੀਮਕ ਨਹੀਂ ਲੱਗੇਗੀ। ਇਹ ਲੱਕੜੀ ਇਹਨੂੰ ਦੀਮਕ ਨਹੀਂ ਲੱਗੇਗੀ। ਇਹ ਦੇਵਦਾਰ ਦੀ ਲੱਕੜੀ ਇਹਨੂੰ ਦੀਮਕ ਨਹੀਂ ਲੱਗੇਗੀ। ਲੇਕਿਨ ਬਾਕੀ ਜਿਹੜੀਆਂ ਲੱਕੜੀਆਂ, ਹੁਣ ਇਹਨਾਂ ਲੱਕੜੀਆਂ ਨੂੰ ਤੇ ਨਾਲ ਦੀ ਲੱਕੜੀ ਨੂੰ ਦੇਖੋ ਤੁਸੀਂ, ਇਹ ਤੁੰਨ ਦੀ ਲੱਕੜੀ ਹੈ। ਹੁਣ ਇਹਦੇ ਤੁਹਾਨੂੰ ਸ਼ਾਇਦ ਕੁਝ ਡਾਟਸ ਦਿਖਦੇ ਪਏ ਨੇ। ਇਹ ਡਾਟਸ ਜਿਹੜੇ ਨੇ ਪੋਰਸ ਵੁੱਡ ਹੈ ਤੇ ਨਾਨ ਪੋਰਸ ਵੁੱਡ ਹੈ। ਪੋਰਸ ਵੁੱਡ ਨੂੰ ਹਮੇਸ਼ਾ ਦੀਮਕ ਲੱਗੇਗੀ, ਨਾਨ ਪੋਰਸ ਨੂੰ ਨਹੀਂ ਲੱਗੇਗੀ। ਇਹ ਜਿਮਨੋਸਪਰਮ ਵੁੱਡਸ ਨੇ, ਇਹ ਐਂਜੀਓਸਪਰਮ ਵੁੱਡਸ ਨੇ। ਕੀ ਬਾਤ ਹੈ। ਹੁਣ ਦੋਸਤੋ ਇੱਕ ਚੀਜ਼ ਹੋਰ ਤੁਹਾਨੂੰ ਦਿਖਾਣਾ ਵਾ। ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਸਿਰ ਘੁਮਾਉਣ ਵਾਲੀ ਵੀਡੀਓ ਅੱਜ ਸਾਂਝੀ ਕਰਨ ਲੱਗਿਆ ਵਾਂ, ਪਰ ਜਿਹੜੀ ਹੁਣ ਅਸੀਂ ਜ਼ਿਕਰ ਕਰਾਂਗੇ ਜਿਹੜੀ ਗੱਲ ਦਾ, ਮੈਂ ਕਹਿੰਦਾ 100% ਹੀ ਆ ਤੁਹਾਡਾ ਸਿਰ ਘੁੰਮ ਜਾਏਗਾ ਜੇ ਤੁਸੀਂ ਤਸਵੀਰ ਵੀ ਦੇਖੋਗੇ ਇਹਦੀ। ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਇੱਕ ਵਾਰੀ ਤਸਵੀਰ ਇਹਦੇ ਉੱਤੇ ਮਾਰੀ ਜਾਵੇ। ਹੁਣ ਇੱਥੇ ਵੱਡੀਆਂ ਵੱਡੀਆਂ ਚੀਜ਼ਾਂ ਨਹੀਂ ਸਾਡੇ ਤੋਂ ਫੜ ਹੁੰਦੀਆਂ, ਇਹਨਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ, ਮੈਂ ਕਹਿੰਦਾ ਕੀੜੇ ਦੇਖੋ ਤੁਸੀਂ ਦੋਸਤੋ ਕਿਸ ਤਰ੍ਹਾਂ ਨਾਲ ਡਿਸਪਲੇ ਕੀਤੇ ਹੋਏ ਨੇ, ਕਿਸ ਤਰ੍ਹਾਂ ਨਾਲ ਮੈਨੇਜ ਕੀਤੀ ਹੋਈ ਹੈ ਇਹ ਚੀਜ਼ ਨੂੰ, ਔਰ ਮਿਹਨਤ ਇਹਦੇ ਉੱਤੇ ਕਿੰਨੀ ਹੋਊਗੀ ਇਹ ਤੁਸੀਂ ਆਪ ਜੱਜ ਕਰ ਸਕਦੇ ਹੋ। ਇਹਦੇ ਬਾਰੇ ਸਰ ਕੋਲੇ ਜਾਣਕਾਰੀ ਲਵਾਂਗੇ। ਸਰ ਇਹ ਕੀ ਚੀਜ਼ ਹੈ, ਇਹਦੇ ਬਾਰੇ ਦੱਸੋ। ਇਹ ਕੀੜੀਆਂ ਹੈ ਜੀ। ਸਾਡੇ ਹਿੰਦੁਸਤਾਨ 'ਚ 850 ਤੋਂ ਵੱਧ ਤਰ੍ਹਾਂ ਦੀਆਂ ਕੀੜੀਆਂ ਅਵੇਲੇਬਲ ਹੈ। ਕੀੜੀਆਂ ਤੇ ਕਾਡੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਘਰ 'ਚ ਅਸੀਂ ਆਂਦੀਆਂ ਤੇ ਮਾਰ ਦਿੰਦੇ ਹਾਂ। ਇਹ 850 ਤਰ੍ਹਾਂ ਦੀਆਂ ਸਾਡੇ ਕੋਲ ਪਈਆਂ ਜੀ। ਐਂਡ ਤੁਸੀਂ ਦੇਖ ਸਕਦੇ ਹੋ ਅਸੀਂ ਬਹੁਤ ਸਾਰੀ ਕਲੈਕਸ਼ਨ ਅੱਜ ਲੈ ਕੇ ਆਂਦੀ ਹੈ ਜੀ। ਐਂਡ ਕੀੜੀਆਂ ਸਾਡੇ ਇਸ ਧਰਤੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਕਿਸੇ ਨੂੰ ਪਤਾ ਹੀ ਨਹੀਂ ਹੋਊਗਾ। ਬਿਲਕੁਲ। ਮੈਂ ਹੁਣੇ ਵੀ ਗੱਲ ਕਰ ਰਿਹਾ ਸੀ, ਆਪਣੇ ਜਿਹੜੇ ਸਾਡੇ ਕੋਲ ਵਿਜ਼ਟਰਸ ਆ ਰਹੇ ਨੇ, ਕਿ ਇਸ ਧਰਤੀ ਤੋਂ ਅਗਰ ਅਸੀਂ ਸਿਰਫ ਮਧੂਮੱਖੀ ਨੂੰ ਖਤਮ ਕਰ ਦਈਏ, ਸਿਰਫ ਮਧੂਮੱਖੀ ਇੱਕ ਇਨਸੈਕਟ, ਦੁਨੀਆ 5 ਸਾਲਾਂ 'ਚ ਖਤਮ ਹੋ ਜਾਏਗੀ। ਸਿਰਫ 5 ਸਾਲਾਂ 'ਚ ਦੁਨੀਆ ਖਤਮ ਹੋ ਜਾਏਗੀ ਜੀ, ਸਿਰਫ ਇੱਕ ਮਧੂਮੱਖੀ ਜਾਣ ਨਾਲ। ਯੈਸ, ਕਿਉਂਕਿ ਮਧੂਮੱਖੀ ਸਾਡੀ ਬਹੁਤ ਸਾਰੀ ਪੋਲੀਨੇਸ਼ਨ ਉਹ ਕਰਦੀ ਹੈ ਜੀ। ਐਂਡ ਜਦੋਂ ਪੋਲੀਨੇਸ਼ਨ ਨਹੀਂ ਹੋਏਗੀ, ਬੀਜ ਨਹੀਂ ਬਣੇਗਾ, ਸਾਨੂੰ ਖਾਣ ਨੂੰ ਕੁਝ ਨਹੀਂ ਮਿਲਣਾ ਤੇ ਅਸੀਂ ਭੁੱਖੇ ਹੀ ਮਰ ਜਾਣਾ ਜੀ। ਅੱਛਾ ਸਰ, ਇਹ ਕਿਹੜੇ ਇੱਥੇ ਤੁਸੀਂ ਡਿਸਪਲੇ ਕੀਤੇ ਹੋਏ ਆ ਕੀੜੇ, ਉਹਦਾ ਇਹ ਕੀੜੀਆਂ ਜੀ, ਸਿਰਫ ਐਂਟਸ, ਜਿਨ੍ਹਾਂ ਨੂੰ ਅਸੀਂ ਐਂਟ ਵਰਡ ਯੂਜ਼ ਕਰਦੇ ਹਾਂ, ਇਹ ਐਂਟਸ ਨੇ ਜੀ। ਤੇ ਉਸ ਤੋਂ ਅੱਗੇ ਸਾਡੇ ਕੋਲ ਤਿਤਲੀਆਂ ਜੀ। ਅੱਛਾ, ਇਹ ਲਿਆਂਦੇ ਕਿੱਥੋਂ ਇਕੱਠੀਆਂ ਕੀਤੀਆਂ? ਪੂਰੇ ਹਿੰਦੁਸਤਾਨ ਦੇ ਜੰਗਲਾਂ ਚੋਂ, ਸ਼ਹਿਰਾਂ ਚੋਂ, ਹਰ ਜਗ੍ਹਾ ਤੋਂ ਕਲੈਕਟ ਹੋਈਆਂ ਜੀ। ਸੋ 800 ਤੋਂ ਵੱਧ ਤਰ੍ਹਾਂ ਦੀਆਂ ਸਪੀਸੀਜ਼ ਸਾਡੇ ਕੋਲ ਅਵੇਲੇਬਲ ਨੇ। ਅੱਛਾ ਸਰ, ਜਿਵੇਂ ਆਹ ਚੀਜ਼ ਬਣੀ ਹੋਈ ਆ, ਮੈਨੂੰ ਲੱਗਦਾ ਵਿਦ ਨੇਮ ਇਹ ਚੀਜ਼ ਲਿਖੀ ਹੋਈ ਹੈ ਨਾ, ਇਹ ਕਿਵੇਂ ਬਣਾਈ ਹੋਈ ਆ ਚੀਜ਼? ਫਿਰ ਇਹ ਇਹਨਾਂ ਨੂੰ ਪਹਿਲੇ ਆਇਡੈਂਟੀਫਾਈ ਕੀਤਾ ਜਾਂਦਾ ਹੈ ਕਿ ਵੀ ਕਿਹੜੀ ਸਪੀਸੀਜ਼ ਹੈ, ਫਿਰ ਉਹ ਸਪੀਸੀਜ਼ ਨੂੰ ਇੱਥੇ ਲਿਖਿਆ ਜਾਂਦਾ ਹੈ। ਫਿਰ ਕਿਉਂਕਿ ਬਹੁਤ ਛੋਟੀਆਂ ਇਹਨਾਂ 'ਚ ਪਿੰਨ ਨਹੀਂ ਲੱਗ ਸਕਦੀ, ਸੋ ਸ਼ਾਇਦ ਤੁਸੀਂ ਦੇਖ ਰਹੇ ਹੋਵੋਗੇ ਇੱਕ ਤਿਕੋਣ ਜੀ ਬਣਾ ਕੇ ਉਹਦੀ ਬਿਲਕੁਲ ਚੁੰਝ ਦੇ ਉੱਤੇ ਇਹਨੂੰ ਮਾਊਂਟ ਕਰਕੇ ਤੇ ਉਸ ਪੇਪਰ ਦੀ ਤਿਕੋਣ ਦੇ ਨਾਲ ਪਿੰਨ ਲਗਾ ਕੇ ਇਹਨਾਂ ਨੂੰ ਮਾਊਂਟ ਕੀਤਾ ਜਾਂਦਾ ਹੈ। ਮੇਰਾ ਤਾਂ ਸਿਰ ਘੁੰਮਣ ਲੱਗ ਗਿਆ ਮੇਰੇ। ਠੀਕ ਆ, ਇਹ ਕਈ ਸਾਲਾਂ ਤੱਕ ਐਜ਼ ਇਟ ਇਜ਼ ਹੀ ਰਹਿਣਗੀਆਂ ਜੀ, ਇੱਦਾਂ ਹੀ ਰਹਿਣਗੀਆਂ। ਅੱਗੇ ਤੁਸੀਂ ਦੇਖ ਸਕਦੇ ਹੋ ਕਿ ਬਟਰਫਲਾਈਜ਼ ਹੈਗੀਆਂ ਨੇ, ਔਰ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਪਈਆਂ ਹੋਈਆਂ ਨੇ। ਜਿਵੇਂ ਕਿ ਸਰ ਨੇ ਕਿ 800 ਤੋਂ ਕਰੀਬ ਸਾਡੇ ਇੱਥੇ ਕੀੜੀਆਂ ਹੈਗੀਆਂ ਨੇ, ਔਰ ਇਹਦਾ ਵੀ ਮੈਨੂੰ ਲੱਗਦਾ ਇਸੇ ਤਰ੍ਹਾਂ ਦਾ ਹੀ ਕੁਝ ਇਤਿਹਾਸ ਜਾਂ ਹੋਣ ਵਾਲਾ। ਪੁੱਛਦੇ ਹਾਂ ਸਰ ਕੋਲੇ, ਸਰ ਇਹਦਾ ਕੀ ਹੈਗਾ? ਸਾਡੇ ਕੋਲ 300 ਤੋਂ ਉੱਪਰ ਤਰ੍ਹਾਂ ਦੀਆਂ ਬਟਰਫਲਾਈਜ਼ ਅਵੇਲੇਬਲ ਹੈ ਜੀ। ਅਸੀਂ ਉਹਨਾਂ ਦੀ ਕਲੈਕਸ਼ਨ ਕਰ ਚੁੱਕੇ ਹਾਂ ਤੇ ਇਹ ਸ਼ਾਇਦ ਤੁਸੀਂ ਦੇਖ ਰਹੇ ਹੋਵੋਗੇ, ਇਹ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਬਟਰਫਲਾਈਜ਼ ਹੈ ਉਹਨਾਂ ਚੋਂ ਇੱਕ ਹੈ ਜੀ। ਇਹ ਬਟਰਫਲਾਈਜ਼ ਮੀਡੀਅਮ ਸਾਈਜ਼ ਦੀਆਂ, ਛੋਟੀਆਂ। ਹੁਣ ਇਹ ਬਟਰਫਲਾਈਜ਼ ਤੁਹਾਨੂੰ ਮੈਂ ਬੜੀ ਇੱਕ ਖੂਬਸੂਰਤ ਚੀਜ਼ ਦਿਖਾਉਣਾ ਚਾਹਾਂਗਾ। ਇਹ ਧਿਆਨ ਨਾਲ ਤੁਸੀਂ ਇਸ ਬਟਰਫਲਾਈ ਨੂੰ ਦੇਖੋ ਕਿ ਇਹਦੇ 'ਚ ਇਹਦੇ ਜਿਹੜੇ ਖੰਭ ਨੇ ਉਹਨਾਂ ਦੇ ਉੱਤੇ ਕੁਝ ਮਾਰਕਿੰਗਸ ਹੋਈਆਂ ਹੋਈਆਂ। ਇਹ ਫੀਮੇਲ ਹੈ ਜੀ, ਇਹ ਮੇਲ ਹੈ ਜੀ। ਜਿਹਦੇ ਉੱਤੇ ਮਾਰਕਿੰਗ ਨਹੀਂ ਹੈ ਲਾਲ ਰੰਗ ਦੀ, ਉਹ ਮੇਲ ਹੈ ਜੀ। ਸੋ ਫੀਮੇਲ ਤੇ ਮੇਲ ਦੇ ਜੇ ਤੁਸੀਂ ਅੰਤਰ ਦੇਖੋ ਤੇ ਤੁਹਾਨੂੰ ਸ਼ਾਇਦ ਫੀਮੇਲ ਜ਼ਿਆਦਾ ਸੁੰਦਰ ਦਿਖੇਗੀ ਜੀ। ਅੱਛਾ ਸਰ, ਇੱਕ ਗੱਲ ਹੋਰ ਆ, ਜਿਵੇਂ ਕਿ ਨਾ ਪਏ ਹੋਏ ਨੇ ਡਿਸਪਲੇ ਬੰਦ ਹੋਏ ਨੇ, ਮੰਨ ਲਓ ਜਿਵੇਂ ਕੋਈ ਚੀਜ਼ ਡੈੱਡ ਹੋ ਜਾਂਦੀ ਹੈ, ਜਾਨਵਰ ਲਾ ਲਓ ਆ ਕਿ ਇਹਨਾਂ ਦਾ ਹੀ ਲਾ ਲਓ, ਹੈ ਨਾ, ਤੇ ਇਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਫਿਰ ਇਹ ਕਿਵੇਂ ਇਦਾਂ ਹੀ ਪਏ ਹੋਏ ਨੇ? ਇਹਨਾਂ ਨੂੰ ਫਿਊਮੀਗੇਟ ਕਰਕੇ ਪ੍ਰੀਜ਼ਰਵ ਕੀਤਾ ਹੋਇਆ ਹੈ। ਇਹ ਨਾ ਤੇ ਖਰਾਬ ਹੋਣਗੇ ਤੇ ਨਾ ਇਹਨਾਂ ਨੂੰ ਕੁਝ ਪ੍ਰੋਬਲਮ ਆਏਗੀ, ਚਾਹੇ ਜਿੰਨੇ ਸਾਲ ਮਰਜ਼ੀ ਇਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ। ਠੀਕ ਹੈ, ਇਹ ਵੀ ਮਿਊਜ਼ੀਅਮ ਦੇ ਵਿੱਚ? ਹਾਂਜੀ, ਇਹ ਮਿਊਜ਼ੀਅਮ 'ਚ ਹੀ ਮਿਲੇਗਾ ਜੀ। ਅੱਛਾ, ਇਹਦੀ ਰਿਸਰਚ ਫਿਰ ਕਿੰਨੇ ਸਾਲਾਂ ਤੋਂ ਚੱਲ ਰਹੀ ਆ? ਆਲਮੋਸਟ 50 ਸਾਲ ਤੋਂ ਉੱਪਰ ਹੋ ਗਏ ਜੀ ਇਸ ਰਿਸਰਚ ਨੂੰ ਵੀ ਚੱਲਦੇ। ਅੱਛਾ ਸਰ, ਸਟੂਡੈਂਟਸ ਤੁਹਾਡੇ ਕੋਲੇ ਆਉਂਦੇ ਨੇ, ਇਹ ਰਿਸਰਚ ਦੇ ਬਾਰੇ ਪੁੱਛਦੇ ਨੇ, ਫਿਰ ਕੀ ਸਿੱਖ ਕੇ ਲੈ ਕੇ ਜਾਂਦੇ ਨੇ ਤੁਹਾਡੇ ਕੋਲੇ? ਕਿ ਬਸ ਪੁੱਛ ਕੇ? ਇਹ ਬੇਸਿਕਲੀ ਟੈਕਸੋਨੋਮੀ ਦੀ ਰਿਸਰਚ ਹੈ ਤੇ ਹਿੰਦੁਸਤਾਨ 'ਚ ਟੈਕਸੋਨੋਮਿਸਟ ਬਹੁਤ ਘਟ ਗਏ ਨੇ। ਸੋ ਸਾਡੇ ਕੋਲ ਜਿਹੜੇ ਸਟੂਡੈਂਟਸ, ਕਿਉਂਕਿ ਇਹਦੇ 'ਚ ਤੁਹਾਨੂੰ ਦਿਮਾਗ ਵੀ ਲਗਾਉਣਾ ਪੈਣਾ ਹੈ ਤੇ ਤੁਹਾਨੂੰ ਐਫਰਟ ਵੀ ਕਰਨੇ ਪੈਣੇ, ਕਿਉਂਕਿ ਤੁਹਾਨੂੰ ਫੀਲਡ 'ਚ ਵੀ ਜਾਣਾ ਪੈਣਾ, ਫੀਲਡ 'ਚੋਂ ਜਾ ਕੇ ਤੁਹਾਨੂੰ ਕਲੈਕਸ਼ਨ ਕਰਨੀ ਪੈਣੀ ਹੈ। ਸੋ ਜਿਹੜੇ ਬੱਚੇ
ਵਾਕਈ ਫੀਲਡ 'ਚ ਕੰਮ ਕਰਨਾ ਚਾਹੁੰਦੇ ਨੇ ਉਹ ਸਾਡੇ ਕੋਲ ਆ ਕੇ ਇੱਥੇ PhD ਕਰਦੇ ਨੇ। ਅੱਛਾ ਸਰ, ਇੱਕ ਗੱਲ ਹੋਰ ਹੈ, ਜਿਵੇਂ ਮੰਨ ਲਓ ਇਹ ਸਾਇੰਟਿਸਟ ਦੀ ਰਿਸਰਚਾਂ ਨੇ ਸਾਰੀਆਂ, ਹੈ ਨਾ, ਸਾਇੰਟਿਸਟ ਨੇ ਇਹ ਚੀਜ਼ ਸੋਚੀ ਆ ਔਰ ਉਹਨਾਂ ਨੇ ਕੀਤੀ ਵੀ ਆ। ਸਟੂਡੈਂਟਸ ਵੀ ਅੱਜ ਦੇ ਟਾਈਮ 'ਚ ਸਾਥ ਦਿੰਦੇ ਨੇ ਇਹ ਚੀਜ਼ਾਂ ਰਿਸਰਚ ਕਰਨ ਦੇ ਵਿੱਚ, ਜਾਂ ਜੰਗਲਾਂ 'ਚ ਜਾਂਦੇ ਨੇ ਉੱਥੋਂ ਚੱਕ ਕੇ ਲੈ ਜਿਹੜੇ ਸਾਡੇ ਸਟੂਡੈਂਟਸ ਸਾਡੇ ਨਾਲ ਆਏ ਹੋਏ ਨੇ ਇਹ ਜੰਗਲਾਂ 'ਚ ਨਾਲ ਜਾਂਦੇ ਨੇ, ਜਾ ਕੇ ਉੱਥੇ ਕਲੈਕਸ਼ਨਸ ਕਰਦੇ ਨੇ ਤੇ ਤਾਂ ਹੀ ਇਹ PhD ਆਪਣੀ ਸਬਮਿਟ ਕਰਦੇ ਨੇ। ਅੱਛਾ ਸਰ, ਇਸ ਡਿਪਾਰਟਮੈਂਟ ਦਾ ਫਿਊਚਰ ਕੀ ਹੁੰਦਾ ਵਾ? ਕੀ ਜੇ ਕੋਈ ਸਟੂਡੈਂਟ ਸਟੱਡੀ ਕਰਦਾ ਵਾ ਇਸ ਚੀਜ਼ ਦੀ ਤੇ ਫਿਊਚਰ ਕੀ ਦੇਖਦਾ ਫਿਰ ਆਪਾਂ? ਜ਼ੂਲੌਜੀਕਲ ਸਰਵੇ ਆਫ ਇੰਡੀਆ ਜਾਂ ਪ੍ਰੋਫੈਸਰ ਲੱਗ ਸਕਦਾ ਹੈ ਜਾਂ ਸਾਇੰਟਿਸਟ ਲੱਗ ਸਕਦਾ ਹੈ, ਕਿਉਂਕਿ ਇਹ ਇੱਕ ਐਸਾ ਫੀਲਡ ਹੈ ਜਿਹੜਾ ਲੁਪਤ ਹੁੰਦਾ ਜਾ ਰਿਹਾ। ਸੋ ਇਸ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਸਾਨੂੰ ਪਤਾ ਹੀ ਨਹੀਂ ਹੋਏਗਾ ਕਿ ਸਾਡੇ ਵੈਲਥ ਕੀ ਹੈ ਤੇ ਅਸੀਂ ਬਚਾਵਾਂਗੇ ਕਿਹਨੂੰ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਸੋ ਬਿਲਕੁਲ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਵੀਡੀਓ ਜਿਹੜੀ ਆ ਉਹ ਸਿਰ ਘੁਮਾਊਗੀ, ਮੇਰਾ ਤਾਂ ਸਿਰ ਘੁੰਮਣ ਲੱਗ ਗਿਆ ਕਿਉਂਕਿ ਇੰਨੀ ਨਿੱਕੀ ਨਿੱਕੀ ਚੀਜ਼ ਜਿਹੜੀ ਤੁਸੀਂ ਦੇਖੀ ਆ। ਉਧਰ ਕੀੜੀਆਂ ਨੇ 800 ਤੋਂ ਜ਼ਿਆਦਾ ਆਪਣੇ ਦੇਸ਼ ਦੇ ਵਿੱਚ ਜਿਹੜੀ ਕੀੜੀਆਂ ਪਾਈਆਂ ਜਾਂਦੀਆਂ ਨੇ ਔਰ 300 ਪਲੱਸ ਜਿਹੜੀਆਂ ਨੇ ਇਹ ਤਿਤਲੀਆਂ ਪਾਈਆਂ ਜਾਂਦੀਆਂ, ਜਿਹੜੀਆਂ ਅੱਜ ਦੇ ਟਾਈਮ 'ਚ ਕਿਸੇ ਨੂੰ ਪਤਾ ਵੀ ਨਹੀਂ ਹੈਗੀਆਂ। ਇਹ ਸਟੂਡੈਂਟਸ ਦੀ ਰਿਸਰਚ ਨੇ, ਸਾਇੰਟਿਸਟ ਦੀ ਰਿਸਰਚਾਂ ਨੇ ਜਿਹੜੀਆਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਈਆਂ ਨੇ। ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ, ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਵੀਡੀਓਜ਼ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਉਦੋਂ ਤੱਕ ਹੱਸਦੇ ਰਹੋ, ਵਸਦੇ ਰਹੋ, ਦੇਖਦੇ ਰਹੋ ਰਹਿਮਤ TV। ਧੰਨਵਾਦ।